ਨਾਵਲ ਇੱਕ ਮਿਆਨ ਦੋ ਤਲਵਾਰਾਂ। ਨਾਵਲਕਾਰ ਨਾਨਕ ਸਿੰਘ। ਦੂਜੇ ਭਾਗ ਦਾ 17ਵਾਂ ਕਾਂਡ। ਮਤਨੀ ਪਿੰਡ ਦੇ ਲਾਗੇ ਜਦ ਇਹ ਚੌਕੜੀ ਪੁੱਜੀ ਤਾਂ ਉੱਚਰ ਤੱਕ ਸੂਰਜ ਦੀ ਟਿੱਕੀ ਚੋਖੀ ਉੱਚੀ ਹੋ ਚੁੱਕੀ ਸੀ। ਖੁਸ਼ਕ ਪਹਾੜੀਆਂ ਵਿਚਾਲੇ ਘਿਰੀ ਹੋਈ ਇਸ ਬਸਤੀ ਉੱਤੇ ਨਜ਼ਰ ਪੈਂਦਿਆਂ ਹੀ ਮੁਸਾਫਰਾਂ ਦਾ ਅੱਧਾ ਥਕੇਵਾਂ ਦੂਰ ਹੋ ਗਿਆ। ਪਰਬਤਮਾਲਾ ਦੇ ਇਸ ਬਾਂਝ ਜਿਹੇ ਭਾਗ ਵਿੱਚ ਕੁਦਰਤ ਨੇ ਕਿਵੇਂ ਕਿਤੋਂ ਸਵਰਗ ਦਾ ਕੋਈ ਟੋਟਾ ਲਿਆ ਕੇ ਖੜਾ ਕਰ ਦਿੱਤਾ। ਇਹ ਵੇਖ ਕੇ ਕਿਸ ਨੂੰ ਹੈਰਾਨੀ ਨਹੀਂ ਹੁੰਦੀ ਹੋਵੇਗੀ। ਵਾਸਤਵ ਵਿੱਚ ਇਹ ਸਾਰੀ ਦਿਆਲਤਾ ਇੱਕ ਇਕੱਠੇ ਕੂਲ ਦੀ ਸੀ, ਜਿਸ ਨੂੰ ਸਥਾਨਕ ਬੋਲੀ ਵਿੱਚ ਤੋਰ-ਕੱਟਾ ਕਿਹਾ ਜਾਂਦਾ ਹੈ, ਅਰਥਾਤ ਕਾਲੀ ਨਹਿਰ ਜਾਂ ਕਾਲਾ ਨਾਲਾ, ਜਿਹੜਾ ਚਿੱਟੇ ਚਮਕੀਲੇ ਸੱਪ ਵਾਂਗ ਵਲਾਵੇਂ ਖਾਂਦਾ ਹੋਇਆ ਉੱਤਰ ਪੱਛਮ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਮਤਨੀ ਪਿੰਡ ਦੇ ਦੁਆਲੇ ਕੁੰਡਲ ਜਿਹਾ ਮਾਰੀ ਬੈਠਾ ਦਿਖਾਈ ਦਿੰਦਾ ਹੈ, ਜਿਵੇਂ ਕਿਸੇ ਕੋਹਕੁੰਨ ਫਰਿਆਦ ਨੇ ਹਿਮਾਲਿਆ ਦੀ ਵੱਖੀ ਚੀਰ ਕੇ ਕੱਢ ਲਿਆਂਦਾ ਹੋਵੇ। ਇਸੇ ਤੋਰ-ਕੱਟਾ ਦੀ ਬਖਸ਼ਿਸ਼ ਦਾ ਸਦਕਾ ਮਤਨੀ ਪਿੰਡ ਤੇ ਉਸਦਾ ਆਲਾ ਦੁਆਲਾ ਅੰਗੂਰਾਂ, ਨਾਸ਼ਪਾਤੀਆਂ ਤੇ ਅਨਾਰਾਂ ਦੇ ਬਾਗਾਂ ਵਿੱਚ ਲਪੇਟਿਆ ਨਜ਼ਰੀ ਆਉਂਦਾ ਸੀ। ਪਿੰਡ ਦਾਖਲ ਹੋਣ ਤੋਂ ਬਾਅਦ ਉਹਨਾਂ ਦੇ ਪਠਾਨ ਸਾਥੀ ਨੂੰ ਕਿਸੇ ਪਾਸੋਂ ਦੰਨੇ ਦਾ ਘਰ ਪੁੱਛਣ ਦੀ ਲੋੜ ਨਹੀਂ ਪਈ। ਸ਼ਾਇਦ ਪਹਿਲਾਂ ਤੋਂ ਹੀ ਉਹ ਉਸ ਨੂੰ ਜਾਣਦਾ ਸੀ। ਘਰ ਕੀ ਸੀ? ਇੱਕ ਛੋਟਾ ਜਿਹਾ ਕਿਲਾ ਸੀ, ਵੱਡੇ ਸਾਰੇ ਕੱਚੇ ਵਲਗਣ ਵਿੱਚ ਵਲੀ ਹੋਈ ਇੱਕ ਪੱਕੀ ਹਵੇਲੀ ਦੇ ਰੂਪ ਵਿੱਚ, ਜਿਸ ਦੀਆਂ ਚੌਂ ਨੁੱਕਰਾਂ ਤੇ 4 ਬੁਰਜ ਸਨ ਤੇ ਹਰ ਇੱਕ ਬੁਰਜ ਦੀ ਛੱਤ ਉੱਤੇ ਛੇਕਦਾਰ ਮੋਰਚੇ ਬਣੇ ਹੋਏ ਸਨ। ਜਿਉਂ ਹੀ ਇਹ ਤਿੰਨੇ ਅਣਸੱਦੇ ਪ੍ਰਾਹੁਣੇ ਹਵੇਲੀ ਅੰਦਰ ਦਾਖਲ ਹੋਏ ਕਿ ਇਹਨਾਂ ਦੇ ਦਿਲ ਤੁਫਾ ਕਰਨ ਲੱਗੇ। ਭਾਈ ਧੰਨਾ ਸਿੰਘ ਦੀ ਨਾ ਤਾਂ ਉਹਨਾਂ ਵਿੱਚੋਂ ਕਿਸੇ ਨੇ ਅੱਜ ਤੀਕ ਸ਼ਕਲ ਵੇਖੀ ਸੀ, ਨਾ ਹੀ ਆਪਣੇ ਇੱਥੇ ਆਉਣ ਦੀ ਉਹਨਾਂ ਨੇ ਪਹਿਲਾਂ ਕੋਈ ਇਤਲਾਹ ਭੇਜੀ ਸੀ। ਜੇ ਮੀਜ਼ਬਾਨ ਨੇ ਪ੍ਰਾਹੁਣਿਆਂ ਨੂੰ ਪਛਾਣਨ ਤੋਂ ਬੇਖਬਰੀ ਪ੍ਰਗਟ ਕੀਤੀ, ਜੇ ਪਠਾਨ ਨੂੰ ਸ਼ੱਕ ਪੈ ਗਿਆ, ਫਿਰ ਕੀ ਬਣੇਗਾ? ਇਸ ਵੇਲੇ ਇਸ ਕਿਸ਼ਤੀ ਦਾ ਵੰਜ ਚੱਪੂ ਜੇ ਕਿਸੇ ਪਾਸ ਸੀ ਤਾਂ ਕੇਵਲ ਟੁੰਡੀ ਲਾਟ ਕੋਲ। ਬਾਕੀ ਦੋਵੇਂ ਤਾਂ ਨਿਰੇ ਪੂਰੇ ਗੁੰਗ ਸਮਾਧ ਬਣੇ ਹੋਏ ਸਨ। ਮਕਾਨ ਅੰਦਰ ਦਾਖਲ ਹੋਣ ਤੋਂ ਬਾਅਦ ਜਿਸ ਆਦਮੀ ਉੱਤੇ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਪਈ, ਇਹ ਨਾਲ ਵਾਲੇ ਪਠਾਨ ਦੀ ਉਮਰ ਦਾ ਇੱਕ ਅਧਖੜ ਸੀ, ਜਿਸ ਦਾ ਪਹਿਰਾਵਾ ਪਠਾਣੀ ਤੇ ਦਾੜੀ ਵੀ ਕਿਸੇ ਪਠਾਨ ਵਰਗੀ ਮਹਿੰਦੀ ਰੰਗੀ। ਕੇਵਲ ਇੱਕੋ ਫਰਕ ਸੀ ਜਿਹੜਾ ਉਸ ਨੂੰ ਮੁਸਲਮਾਨ ਦਿਖਣ ਤੋਂ ਨਿਖੇੜਦਾ ਸੀ, ਤੇ ਇਹ ਸੀ ਉਸ ਦੇ ਸਿਰ ਤੇ ਬਿਨਾਂ ਕੁੱਲੇ ਤੋਂ ਪੱਗ। ਦੂਰੋਂ ਹੀ ਉਸ ਆਦਮੀ ਨੂੰ ਤੱਕ ਕੇ ਤਿੰਨੇ ਮੁਸਾਫਰ ਗੀਟੀਆਂ ਗਿਣਨ ਲੱਗ ਪਏ। ਇਤਨਾ ਤਾਂ ਉਹ ਸਮਝ ਚੁੱਕੇ ਸਨ ਕਿ ਬੰਦਾ ਮੁਸਲਮਾਨ ਨਹੀਂ ਬਲਕਿ ਸਿੱਖ ਹੈ, ਪਰ ਕੀ ਪਤਾ ਘਰਦਿਆਂ ਵਿੱਚੋਂ ਹੈ ਜਾਂ ਉਹਨਾਂ ਵਰਗਾ ਹੀ ਕੋਈ ਓਪਰਾ। ਖਾਸ ਕਰਕੇ ਇਸ ਤੌਖਲੇ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਆਦਮੀ ਇਸ ਵੇਲੇ ਵਿਹੜੇ ਵਿੱਚ ਖੜਾ ਘੋੜੀ ਦਾ ਤੰਗ ਕੱਸ ਰਿਹਾ ਸੀ, ਜਿਹੜਾ ਇਸ ਗੱਲ ਦਾ ਸੂਚਕ ਸੀ ਕਿ ਉਹ ਕਿਤੇ ਬਾਹਰ ਜਾ ਰਿਹਾ ਹੈ। ਟੁੰਡੀ ਲਾਟ ਵੀ ਇਸ ਵੇਲੇ ਕੁਝ ਥਿੜਕਿਆ ਮਹਿਸੂਸ ਕਰ ਰਿਹਾ ਸੀ ਕਿ ਕੋਲ ਜਾ ਕੇ ਉਹ ਕਿਹੜੇ ਸ਼ਬਦਾਂ ਨਾਲ ਉਸ ਨੂੰ ਸੰਬੋਧਨ ਕਰੇ, ਪਰ ਰੱਬ ਸਬੱਬੀ ਸੰਕਟ ਦੂਰ ਹੋ ਗਿਆ ਜਦ ਨਾਲ ਵਾਲੇ ਪਠਾਨ ਨੇ ਅਗਾਂਹ ਵੱਧ ਕੇ ਬੜੇ ਤਪਾਕ ਨਾਲ ਉਸ ਬੰਦੇ ਨਾਲ ਹੱਥ ਮਿਲਾਉਂਦਿਆਂ ਕਿਹਾ, ਅਸਲਾਮ ਅਲੈਕਮ ਦੰਨੇ ਦੀਵਾਨ, ਕੁਮ ਖਵਾਰਾਵਾਨੇ। ਸਲਾਮ ਧੰਨੇ ਦੀਵਾਨ, ਕਿਹੜੇ ਪਾਸੇ ਤਿਆਰ ਹੋਇਆ? ਜਿਸ ਦਾ ਮਤਲਬ ਸਪਸ਼ਟ ਸੀ ਕਿ ਇਹੋ ਧੰਨਾ ਸਿੰਘ ਹੈ। ਧੰਨਾ ਸਿੰਘ ਨੇ ਘੋੜੀ ਵੱਲੋਂ ਹਟ ਕੇ ਜਵਾਬ ਵਿੱਚ ਉਸੇ ਗਰਮਜੋਸ਼ੀ ਨਾਲ ਪਠਾਨ ਦਾ ਇਹਨਾਂ ਸ਼ਬਦਾਂ ਨਾਲ ਸਵਾਗਤ ਕੀਤਾ, ਬਖੈਰ ਰਾਲੇ ਮੀਰ ਗੁਲ ਮਿਲਕ ਤੜੇ ਮੱਛੇ। ਜਿਉ ਆਇਆ, ਥੱਕਿਆ ਨਾ ਹੋਵੇਂ। ਇਸ ਤੋਂ ਅਗਲੇ 2-3 ਵਾਕ ਜਦ ਟੁੰਡੀ ਲਾਟ ਨੇ ਸੁਣੇ ਤਾਂ ਉਸਨੇ ਤਸੱਲੀ ਦਾ ਲੰਮਾ ਸਾਹ ਲਿਆ। ਪਠਾਨ ਧੰਨਾ ਸਿੰਘ ਨੂੰ ਕਹਿ ਰਿਹਾ ਸੀ, ਤਾਂ ਮੇਲੇ ਮਾਨੋ ਅਜੀਜ਼ਾਨ ਤਲਹਾ ਹੇਰ ਸ਼ੋ ਮਾਂ ਵੈਲੋ ਦੀ ਤਾਓ ਰਸਮ। ਤੇਰੇ ਪ੍ਰਾਹੁਣੇ ਵਿਚਾਰੇ ਭੁੱਲੀ ਪੈ ਗਏ ਸਨ। ਮੈਂ ਆਖਿਆ ਇਹਨਾਂ ਨੂੰ ਛੱਡ ਆਵਾਂ। ਇੱਚਰ ਤੱਕ ਟੁੰਡੀ ਲਾਟ ਨੇ ਵੀ ਲੱਗਦੀ ਵਾਹ ਸੰਕੇਤ ਨਾਲ ਆਪਣੇ ਆਗਮ ਬਾਰੇ ਧੰਨਾ ਸਿੰਘ ਨੂੰ ਕੁਝ ਨਾ ਕੁਝ ਦੱਸ ਦਿੱਤਾ, ਜਿਸ ਨੂੰ ਸਮਝਦਿਆਂ ਹੋਇਆਂ ਉਸ ਨੇ ਪਠਾਨ ਦਾ ਸ਼ੁਕਰੀਆ ਅਦਾ ਕੀਤਾ। ਡੇਰ ਮੀਰਾ ਬਾਨੀ ਮਲਿਕਾ।
ਤਿੰਨਾਂ ਨੇ ਵਰਾਂਡੇ ਦਾ ਉੱਚਾ ਥੜਾ ਚੜ੍ਹ ਕੇ ਘਰ ਅੰਦਰ ਪ੍ਰਵੇਸ਼ ਕੀਤਾ। ਇੱਧਰ ਭਾਈ ਧੰਨਾ ਸਿੰਘ ਤੇ ਉਹ ਪਠਾਨ ਕਾਫੀ ਚਿਰ ਗੱਲੀਂ ਲੱਗੇ ਰਹੇ। ਅੰਦਰ ਜਾਂਦਿਆਂ ਹੀ ਘਰ ਦੇ ਇੱਕ ਨੌਕਰ ਨੇ ਪ੍ਰਾਹੁਣਿਆਂ ਨੂੰ ਯਥਾ ਸਤਿਕਾਰ ਨਾਲ ਦੀਵਾਨਖਾਨੇ ਵਿੱਚ ਪਹੁੰਚਾ ਦਿੱਤਾ, ਜਿੱਥੇ ਫਰਸ਼ ਉੱਤੇ ਪੂਰੇ ਮੇਚੇ ਦਾ ਕਾਲੀਨ ਵਿਛਿਆ ਹੋਇਆ ਤੇ ਕੰਧਾਂ ਨਾਲ ਬਹੁਤ ਸਾਰੇ ਤਕੀਏ ਟਿਕਾਏ ਹੋਏ ਸਨ। ਕਮਰੇ ਵਿੱਚ ਪਹੁੰਚਿਆਂ ਉਹਨਾਂ ਨੂੰ 10-15 ਮਿੰਟ ਹੀ ਹੋਏ ਸਨ ਕਿ ਮੁੜ ਉਹੀ ਪਠਾਨ ਆ ਪਹੁੰਚਿਆ ਤੇ ਵਾਰੋ-ਵਾਰੀ ਸਭਨਾਂ ਨਾਲ ਹੱਥ ਮਿਲਾਉਂਦਾ ਹੋਇਆ ਕਹਿਣ ਲੱਗਾ, ਰੁਖਸਤ ਏਮ ਮੇਲਮਾਨੋ, ਹਰ ਕਲਾ ਰਾਸ਼ੇ, ਆਗਿਆ ਬਖਸ਼ੋ ਪ੍ਰਾਹੁਣਿਓ, ਨਿਤ ਨਿਤ ਆਓ। ਜਿਸ ਦੇ ਜਵਾਬ ਵਿੱਚ ਟੁੰਡੀ ਲਾਟ ਨੇ ਆਪਣੀ ਪਾਰਟੀ ਵੱਲੋਂ ਸ਼ੁਕਰੀਏ ਦੇ ਰੰਗ ਵਿੱਚ ਉਸਨੂੰ ਕਿਹਾ, ਖੁਦਾਏ ਪੈਮਾਨ ਕਾਕਾ, ਪਾ ਮਖਾ ਦੇਥਾ, ਰੱਬ ਰਾਖਾ ਹੋਵੀ ਚਾਚਾ, ਪੌਂਖਾਂ ਸੁਲੱਖਣੀ ਹੋਵੀ। ਭਾਈ ਧੰਨਾ ਸਿੰਘ ਵੈਸੇ ਤਾਂ ਸ਼ਾਹੂਕਾਰਾ ਵੀ ਕਰਦਾ ਸੀ, ਪਰ ਵਧੇਰੇ ਇਹ ਚਾਹ ਦਾ ਵਪਾਰੀ ਸੀ, ਜਿਹੜਾ ਹਿੰਦੁਸਤਾਨ ਦੀਆਂ ਚਾਹ ਕੰਪਨੀਆਂ ਪਾਸੋਂ ਥੋਕ ਮਾਲ ਮੰਗਵਾ ਕੇ ਅਗਾਂਹ ਤਿਰਾਹ, ਕਿਸ਼ਤਵਾੜ, ਚਤਰਾਲ ਤੇ ਕਾਬਲ ਤੱਕ ਸਪਲਾਈ ਕਰਦਾ ਸੀ, ਜਿਸ ਕਰਕੇ ਸਰਕਾਰੀ ਦਰਬਾਰੇ ਇਹ ਮੰਨਿਆ ਹੋਇਆ ਸੀ। ਇਸੇ ਕਰਕੇ ਇਸ ਨੂੰ ਕਿੱਲੀ ਮਲਕ, ਨੰਬਰਦਾਰ ਦੀ ਪਦਵੀ ਮਿਲੀ ਹੋਈ ਸੀ, ਨਹੀਂ ਤਾਂ ਪਠਾਣੀ ਇਲਾਕੇ ਵਿੱਚ ਕਿਸੇ ਗੈਰ ਮੁਸਲਮਾਨ ਲਈ ਇਹ ਪਦਵੀ ਪ੍ਰਾਪਤ ਕਰਨੀ ਮੁਸ਼ਕਿਲ ਜਿਹੀ ਗੱਲ ਸੀ। ਪਠਾਨ ਦੀ ਜ਼ਬਾਨੀ ਕੁਝ ਸੁਣਨ ਤੋਂ ਬਾਅਦ ਜਿਸ ਤਰ੍ਹਾਂ ਧੰਨਾ ਸਿੰਘ ਨੇ ਆਪਣੇ ਮੇਲਮਾਨ ਬਾਰੇ ਉਸ ਦੀ ਤਸੱਲੀ ਕਰਵਾਈ, ਅਜਿਹਾ ਕਰ ਸਕਣਾ ਇੱਕ ਓਪਰੇ ਆਦਮੀ ਲਈ ਸੰਭਵ ਨਹੀਂ ਸੀ, ਜਿਸ ਦੇ ਦੋ ਕਾਰਨ ਸਮਝ ਵਿੱਚ ਆ ਸਕਦੇ ਹਨ। ਇੱਕ ਤਾਂ ਇਹ ਕਿ ਪਖਤੂਨ ਲੋਕ ਸੁਭਾਵਕ ਹੀ ਬਹੁਤ ਉੱਚੇ ਦਰਜੇ ਦੇ ਮਹਿਮਾਨ ਨਵਾਜ਼ ਹੁੰਦੇ ਹਨ। ਦੂਜਾ ਕਾਰਨ ਸੀ ਇਹਨਾਂ ਲੋਕਾਂ ਦੇ ਮਨੋਰਥ ਨਾਲ ਧੰਨਾ ਸਿੰਘ ਦੀ ਦਿਲਚਸਪੀ, ਜਿਹੜੀ ਕਦੋਂ ਤੋਂ ਪੈਦਾ ਹੋਈ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਜਦ ਤੋਂ 1914 ਤੋਂ ਇਹਨਾਂ ਲੋਕਾਂ ਦੀ ਦੇਸ਼ ਵਿੱਚ ਆਮਦ ਸ਼ੁਰੂ ਹੋਈ, ਤਦ ਤੋਂ ਬਥੇਰਿਆਂ ਨੂੰ ਇਸਨੇ ਸਰਹੱਦ ਪਾਰ ਕਰਨ ਵਿੱਚ ਮਦਦ ਦਿੱਤੀ ਸੀ। ਕਈਆਂ ਦਾ ਖਿਆਲ ਹੈ ਭਾਈ ਧੰਨਾ ਸਿੰਘ ਦੀ ਇਸ ਮਿੱਤਰਤਾ ਦਾ ਮੁੱਢ ਉਦੋਂ ਤੋਂ ਬੱਝਾ ਜਦੋਂ ਦੇਸ਼ ਭਗਤ ਅਜੀਤ ਸਿੰਘ 1903 ਵਿੱਚ ਨੱਸ ਕੇ ਕਾਬਲ ਆਇਆ ਸੀ। ਪਠਾਨ ਨੂੰ ਤੋਰਨ ਤੋਂ ਬਾਅਦ ਭਾਈ ਧੰਨਾ ਸਿੰਘ ਇੰਜ ਘੁੱਟ ਕੇ ਉਹਨਾਂ ਨੂੰ ਮਿਲਿਆ ਜਿਵੇਂ ਮੁੱਢ ਕਦੀਮ ਦੇ ਦੋਸਤ ਹੋਣ। ਹੋਰ ਕੋਈ ਗੱਲ ਛੇੜਨ ਤੋਂ ਪਹਿਲਾਂ ਉਸਨੇ ਇਹਨਾਂ ਦੇ ਮੂਰਖਪੁਣੇ ਬਾਰੇ ਗਿਲਾ ਕੀਤਾ, ਜਿਹੜੇ ਗੈਰ ਇਲਾਕੇ, ਉਦੋਂ ਅਜੇ ਇਸ ਇਲਾਕੇ ਦਾ ਨਾਂ ਪਖਤੂਨੀਸਤਾਨ ਨਹੀਂ ਸੀ ਪਿਆ, ਵਿੱਚ ਜਾ ਫਸੇ ਸਨ। ਉਸਨੇ ਦੱਸਿਆ ਕਿ ਇੱਧਰ ਗੈਰ ਇਲਾਕਾ ਜਿਸ ਕਬੀਲੇ, ਮੁਮੰਦ ਕਬੀਲੇ ਦੀ ਮਲਕੀਅਤ ਹੈ, ਉਹ ਸ਼ੱਕੀ ਬੰਦੇ ਨੂੰ ਮੂਲੀ ਗਾਜਰ ਵਾਂਗ ਵੱਢ ਸੁੱਟਦੇ ਨੇ। ਇਸ ਉੱਤੇ ਵਾਧਾ ਇਹ ਹੈ ਕਿ ਮੁਮੰਦ ਕਬੀਲਾ ਇਨੀ ਦਿਨੀ ਅੰਗਰੇਜ਼ੀ ਹਕੂਮਤ ਦਾ ਹੱਥ ਠੋਕਾ ਬਣਿਆ ਹੋਇਆ ਸੀ। ਜਦ ਤੋਂ ਲੜਾਈ ਸ਼ੁਰੂ ਹੋਈ, ਤਦ ਤੋਂ ਅੰਗਰੇਜ਼ੀ ਹਕੂਮਤ ਨੇ ਮੁਮੰਦ ਲੋਕਾਂ ਵਿੱਚੋਂ ਬਹੁਤ ਸਾਰੇ ਆਦਮੀ ਭਰਤੀ ਕਰਕੇ ਮੁਮੰਦ ਗਾਰਡ ਨਾਂ ਦੀ ਵਲੰਟੀਅਰ ਕੋਰ ਕਾਇਮ ਕਰ ਰੱਖੀ ਸੀ, ਸਰਹੱਦ ਦੀ ਰਾਖੀ ਲਈ। ਇਸ ਫੌਜ ਦੇ ਹਰ ਇੱਕ ਆਦਮੀ ਨੂੰ 50 ਰੁਪਏ ਸਾਲਾਨਾ ਵਜ਼ੀਫਾ ਮਿਲਦਾ ਸੀ। ਅਸਲਾ ਇਹਨਾਂ ਲੋਕਾਂ ਨੂੰ ਆਪਣਾ ਰੱਖਣਾ ਪੈਂਦਾ ਸੀ, ਜਿਹੜਾ ਗੈਰ ਇਲਾਕੇ ਵਿੱਚ ਆਮ ਬਣਦਾ ਤੇ ਵਿਕਦਾ ਸੀ, ਜਿਸ ਬਾਰੇ ਲਾਇਸੈਂਸ ਆਦਿ ਦੀ ਵੀ ਕੋਈ ਪਾਬੰਦੀ ਨਹੀਂ ਸੀ। ਧੰਨਾ ਸਿੰਘ ਨੇ ਇਹ ਸਾਰੀਆਂ ਗੱਲਾਂ ਸਮਝਾਉਣ ਤੋਂ ਛੁੱਟ ਇਹ ਵੀ ਉਹਨਾਂ ਨੂੰ ਦੱਸਿਆ ਕਿ ਉਹ ਪਠਾਨ, ਜਿਹੜਾ ਇਹਨਾਂ ਨੂੰ ਇੱਥੇ ਪਹੁੰਚਾ ਕੇ ਗਿਆ ਸੀ, ਉਸੇ ਵਲੰਟੀਅਰ ਕੋਰ ਦਾ ਸਿਪਾਹੀ ਸੀ। ਜੇ ਕਦੀ ਇਹ ਲੋਕ ਧੰਨਾ ਸਿੰਘ ਦਾ ਨਾਂ ਨਾ ਲੈਂਦੇ ਤਾਂ ਸੰਭਵ ਸੀ ਕਿ ਤਿੰਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਨਾ ਪੈਂਦਾ। ਅੰਨ ਪਾਣੀ ਛਕਾਉਣ ਤੋਂ ਬਾਅਦ ਭਾਈ ਧੰਨਾ ਸਿੰਘ ਨੇ ਮਕਾਨ ਦੀ ਉੱਪਰਲੀ ਛੱਤੇ ਉਹਨਾਂ ਲਈ ਸਜਾ ਸਜਾਇਆ ਕਮਰਾ ਖੋਲ੍ਹ ਦਿੱਤਾ, ਜਿਸ ਵਿੱਚ ਪਹਿਲੇ ਨਾਲੋਂ ਵਧੀਆ ਪੂਰੇ ਮੇਚੇ ਦਾ ਕਾਲੀਨ ਵਿਛਿਆ ਹੋਇਆ ਤੇ ਕੰਧ ਨਾਲ ਉਸੇ ਤਰ੍ਹਾਂ ਦੇ ਵੱਡੇ ਵੱਡੇ ਤਕੀਏ ਟਿਕਾਏ ਹੋਏ ਸਨ, ਜਿੱਥੇ ਇਹਨਾਂ ਨੇ ਦੁਪਹਿਰ ਕੱਟ ਕੇ ਕਈ ਦਿਨਾਂ ਦੀ ਥਕਾਵਟ ਦੂਰ ਕੀਤੀ। ਸ਼ਾਮੀ ਬਾਕਾਇਦਾ ਤੌਰ ਤੇ ਗੱਲਾਂ ਕਥਾ ਦਾ ਸਿਲਸਿਲਾ ਸ਼ੁਰੂ ਹੋਇਆ। ਆਰੰਭ ਵਿੱਚ ਹੀ ਟੁੰਡੀ ਲਾਟ ਨੇ ਭਾਈ ਧੰਨਾ ਸਿੰਘ ਪਾਸ ਆਪਣਾ ਇਰਾਦਾ ਪ੍ਰਗਟ ਕਰ ਦਿੱਤਾ, ਜਿਹੜਾ ਭਾਈ ਧੰਨਾ ਸਿੰਘ ਲਈ ਅਲੋਕਾਰ ਨਹੀਂ ਸੀ। ਸ਼ਾਇਦ ਉਹ ਪਹਿਲਾਂ ਹੀ ਉਹਨਾਂ ਦੇ ਇਰਾਦੇ ਨੂੰ ਸਮਝ ਚੁੱਕਾ ਸੀ ਤੇ ਜਵਾਬ ਵਿੱਚ ਧੰਨਾ ਸਿੰਘ ਨੇ ਜੋ ਕੁਝ ਕਿਹਾ, ਇਹ ਇਹਨਾਂ ਲੋਕਾਂ ਲਈ ਜਿੰਨਾ ਆਸ਼ਾਜਨਕ ਸੀ, ਉਦੋਂ ਵੀ ਵੱਧ ਨਿਰਾਸ਼ਾ ਭਰਿਆ। ਸਰਹੱਦ ਪਾਰ ਕਰਾਣੀ ਛੱਡ ਕੇ ਧੁਰ ਕਾਬਲ ਤੀਕ ਕਿਸੇ ਨੂੰ ਪਹੁੰਚਾਉਣਾ ਵੀ ਧੰਨਾ ਸਿੰਘ ਲਈ ਮੁਸ਼ਕਿਲ ਨਹੀਂ ਸੀ, ਜਦਕਿ ਹਰ ਹਫ਼ਤੇ ਚਾਹ ਦੇ ਲੱਦੇ ਹੋਏ ਕਈ ਊਠ ਉਸ ਵੱਲੋਂ ਉੱਧਰ ਭੇਜੇ ਜਾਂਦੇ ਸਨ। ਪਰ
ਅੱਜਕੱਲ ਇਸ ਮਾਮਲੇ ਵਿੱਚ ਰਾਹ ਦੀਆਂ ਜੋ ਕਠਿਨਾਈਆਂ ਪੈਦਾ ਹੋ ਗਈਆਂ ਸਨ, ਉਹਨਾਂ ਵੱਲੋਂ ਵੀ ਉਹ ਪ੍ਰਾਹੁਣਿਆਂ ਨੂੰ ਹਨੇਰੇ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ। ਭਾਈ ਧੰਨਾ ਸਿੰਘ ਨੇ ਦੱਸਿਆ ਕਿ ਕਾਬਲ ਜਾਣ ਲਈ ਦर्रा ਖੈਬਰ ਪਾਰ ਕਰਨਾ ਹਰ ਹਾਲਤ ਵਿੱਚ ਜ਼ਰੂਰੀ ਹੈ, ਪਰ ਲੜਾਈ ਦੀ ਵਜ੍ਹਾ ਕਰਕੇ ਸਰਹੱਦੀ ਪਕਿਆਈ ਵਜੋਂ ਇਸ ਵੇਲੇ ਅੰਗਰੇਜ਼ਾਂ ਦੇ ਟਿੱਡੀ ਦਲ ਲਸ਼ਕਰ ਥਾਂ-ਥਾਂ ਕੈਂਪ ਲਾਈ ਬੈਠੇ ਨੇ, ਜਿਸ ਕਰਕੇ ਦर्रा ਖੈਬਰ ਪਾਰ ਕਰਨ ਦਾ ਸਵਾਲ ਇਸ ਵੇਲੇ ਇੱਕ ਅੱਤ ਦਰਜੇ ਦਾ ਗੁੰਝਲਦਾਰ ਬਣਿਆ ਹੋਇਆ ਹੈ ਤੇ ਇਸ ਬਾਰੇ ਧੰਨਾ ਸਿੰਘ ਨੇ ਜਿਹੜਾ ਸੁਝਾਅ ਦਿੱਤਾ ਉਹ ਉਦੋਂ ਵੀ ਮੁਸ਼ਕਲ ਸੀ। ਅਰਥਾਤ ਕਈ ਕਬਾਇਲੀ ਇਲਾਕਿਆਂ ਵਿੱਚੋਂ ਦੀ ਹੁੰਦਿਆਂ ਹਿੰਦੂ ਕੁਸ਼ ਦੀਆਂ ਪਹਾੜੀਆਂ ਨੂੰ ਅਬੂਰ ਕਰਨਾ ਤੇ ਉਸ ਤੋਂ ਬਾਅਦ ਖੈਬਰ ਪਹਾੜ ਦੀ ਪਿੱਠ ਪਿੱਛੋਂ ਲੰਘ ਕੇ ਕਾਬਲ ਤੱਕ ਪਹੁੰਚਣਾ। ਇਹ ਦੂਜਾ ਰਸਤਾ ਅੰਤ ਦਾ ਲੰਮਾ ਤੇ ਦੁਸ਼ਵਾਰ ਗੁਜ਼ਾਰ ਸੀ, ਪਰ ਮੁਸ਼ਕਲ ਉੱਤੇ ਬਦਰਕੇ ਪਥ ਪ੍ਰਦਰਸ਼ਕ ਦੀ ਮਦਦ ਨਾਲ ਕਾਬੂ ਪਾਇਆ ਜਾ ਸਕਦਾ ਸੀ, ਜਦਕਿ ਭਾਈ ਧੰਨਾ ਸਿੰਘ ਲਈ ਬਦਰਕੇ ਦਾ ਪ੍ਰਬੰਧ ਕਰਨਾ ਕੋਈ ਔਖਾ ਕੰਮ ਨਹੀਂ ਸੀ। ਅਲਬੱਤਾ ਦੂਸਰੀਆਂ ਦੋ ਔਕੜਾਂ ਐਸੀਆਂ ਸਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਸੀ। ਪਹਿਲੀ ਕਿ ਇਸ ਰਸਤੇ ਜਾ ਕੇ ਚਤਰਾਲ ਏਜੰਸੀ ਵਿੱਚੋਂ ਹਰ ਹਾਲਤ ਵਿੱਚ ਲੰਘਣਾ ਪੈਂਦਾ ਸੀ ਤੇ ਇਹ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋਣ ਕਰਕੇ ਇੱਕ ਵੱਡੀ ਫੌਜੀ ਛਾਉਣੀ ਸੀ। ਭਲਾ ਜੇ ਕੋਈ ਇੱਥੋਂ ਵੀ ਬਚ ਨਿਕਲੇ ਤਾਂ ਅੱਗੇ ਦਰਿਆ ਬਾੜਾ ਅਬੂਰ ਪੈਂਦਾ ਸੀ, ਜਿਹੜਾ ਅੱਜਕੱਲ ਸਾਰੇ ਦਾ ਸਾਰਾ ਜੰਮਿਆ ਹੋਇਆ ਸੀ ਤੇ ਜਿਸ ਉਤਲੀ ਬਰਫ਼ ਦੀ ਤਹਿ ਬਾਰੇ ਕੁਝ ਭਰੋਸਾ ਨਹੀਂ ਸੀ ਕਿ ਕਿਸ ਵੇਲੇ ਪੈਰਾਂ ਥੱਲਿਓਂ ਟੁੱਟ ਕੇ ਸਮੁੱਚੇ ਮੁਸਾਫਰ ਨੂੰ ਆਪਣੇ ਅੰਦਰ ਗਰਕ ਕਰ ਲਵੇ। ਇਹ ਸਾਰਾ ਕੁਝ ਭਾਈ ਧੰਨਾ ਸਿੰਘ ਨੇ ਉਹਨਾਂ ਨੂੰ ਵੇਰਵੇ ਨਾਲ ਦੱਸ ਦਿੱਤਾ ਤੇ ਫਿਰ ਉਸਨੇ ਟੁੰਡੀਲਾਟ ਪਾਸੋਂ ਉਸਦੇ ਵਿਚਾਰ ਪੁੱਛੇ। ਭਾਵੇਂ ਕੁਝ ਵੀ ਹੋਵੇ, ਕਿੰਨੀਆਂ ਹੀ ਮੁਸੀਬਤਾਂ ਕਿਉਂ ਨਾ ਝੱਕਣੀਆਂ ਪੈਣ, ਕਾਬਲ ਤਾਂ ਇੱਕ ਵਾਰ ਅਸਾਂ ਜ਼ਰੂਰ ਪਹੁੰਚਣਾ ਏ। ਟੁੰਡੀਲਾਟ ਨੇ ਆਪਣਾ ਅੰਤਮ ਫੈਸਲਾ ਭਾਈ ਧੰਨਾ ਸਿੰਘ ਨੂੰ ਸੁਣਾ ਦਿੱਤਾ। ਪੰਜਾਬ ਨੂੰ ਛੱਡਿਆਂ ਇਹਨਾਂ ਨੂੰ ਕਈ ਦਿਨ ਹੋ ਗਏ ਸਨ ਤੇ ਰੇਲ ਦੇ ਸਫ਼ਰ ਤੋਂ ਬਾਅਦ ਅਖਬਾਰ ਵੇਖਣ ਦਾ ਇਹਨਾਂ ਨੂੰ ਮੌਕਾ ਨਹੀਂ ਸੀ ਮਿਲਿਆ। ਪਿਸ਼ਾਵਰ ਪਹੁੰਚ ਕੇ ਵੀ ਨਹੀਂ ਸਨ ਪੜ੍ਹ ਸਕੇ। ਪਿਛਲੇ ਹਾਲਾਤ ਦੀ ਜਾਣਕਾਰੀ ਲਈ ਉਹਨਾਂ ਦੇ ਦਿਲ ਤਰਲੋ ਮੱਛੀ ਹੋ ਰਹੇ ਸਨ। ਮਤਨੀ ਵਿੱਚ ਇੱਕੋ ਥਾਂ ਸੀ ਛੋਟਾ ਜਿਹਾ ਗੁਰਦੁਆਰਾ, ਜਿੱਥੇ 2-4 ਅਖਬਾਰ ਮੰਗਵਾਏ ਜਾਂਦੇ ਸਨ, ਪਰ ਇਹ ਤਿੰਨੇ ਮੁਸਲਮਾਨੀ ਪਹਿਰਾਵੇ ਵਿੱਚ ਸਨ, ਜਿਸ ਕਰਕੇ ਇਹਨਾਂ ਦਾ ਗੁਰਦੁਆਰੇ ਜਾਣਾ ਮੁਸ਼ਕਿਲ ਸੀ। ਭਾਈ ਧੰਨਾ ਸਿੰਘ ਨੂੰ ਕਹਿ ਕੇ ਉਹਨਾਂ ਨੇ ਗੁਰਦੁਆਰਿਓਂ ਹਫ਼ਤੇ ਭਰ ਦੇ ਸਾਰੇ ਅਖਬਾਰ ਮੰਗਵਾ ਲਏ। ਅਖਬਾਰਾਂ ਦੀ ਗਿਣਤੀ ਬਹੁਤੀ ਨਹੀਂ ਸੀ ਤੇ ਜਿੰਨੇ ਕੁ ਹੈ ਸਨ ਉਹ ਵੀ ਜਾਂ ਤਾਂ ਫੌਜੀ ਅਖਬਾਰਾਂ ਵਰਗੇ ਸਰਕਾਰੀ ਤੇ ਜਾਂ ਲਾਈਟ ਗਜ਼ਟ ਤੇ ਖਾਲਸਾ ਸਮਾਚਾਰ ਆਦਿ ਸਰਕਾਰ ਪ੍ਰਸਤ। ਸੋ ਵੀ ਇਸ ਕਰਕੇ ਜਾਰੀ ਕਰਾਏ ਜਾਂਦੇ ਸਨ ਕਿ ਸਰਹੱਦ ਉੱਤੇ ਰਹਿੰਦੇ ਕੁਝ ਸਿੱਖ ਫੌਜੀ ਗੁਰਦੁਆਰੇ ਆਇਆ ਕਰਦੇ ਸਨ। ਅਖਬਾਰ ਸਰਕਾਰੀ ਸਨ ਭਾਵੇਂ ਨੀਮ ਸਰਕਾਰੀ, ਪਰ ਇਹਨਾਂ ਦੇ ਅੱਧ ਤੋਂ ਬਹੁਤੇ ਵਰਕੇ ਗਦਰ ਪਾਰਟੀ ਦੇ ਸਮਾਚਾਰਾਂ ਨਾਲ ਹੀ ਭਰੇ ਹੋਏ ਸਨ, ਜਿਨ੍ਹਾਂ ਨੂੰ ਡੂੰਘੀ ਦਿਲਚਸਪੀ ਨਾਲ ਤਿੰਨਾਂ ਨੇ ਪੜ੍ਹਨਾ ਸ਼ੁਰੂ ਕੀਤਾ। ਖਬਰਾਂ ਇੱਕ ਨਾਲੋਂ ਇੱਕ ਵੱਧ ਦਿਲ ਤੋੜਵੀਆਂ ਸਨ। 15 ਫਰਵਰੀ ਨੂੰ ਸਿੰਗਾਪੁਰ ਵਿੱਚ ਗਦਰ ਹੋ ਗਿਆ, ਜਿਸ ਨੂੰ 24 ਘੰਟਿਆਂ ਦੇ ਵਿੱਚ ਕੁਚਲ ਦਿੱਤਾ ਗਿਆ। ਮੇਰਠ ਵਿੱਚ ਰਸਾਲਾ ਨੰਬਰ 16 ਦੇ ਜਮਾਦਾਰ ਨਾਦਰ ਖਾਨ ਨੇ ਬੜੀ ਬਹਾਦਰੀ ਨਾਲ ਗਦਰੀਆਂ ਦੇ ਗੁਰੂ ਘੰਟਾਲ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਬੰਬਾਂ ਸਮੇਤ ਗ੍ਰਿਫਤਾਰ ਕਰਵਾ ਦਿੱਤਾ। ਗਦਰ ਪਾਰਟੀ ਦਾ ਲੀਡਰ ਅਰਜਨ ਸਿੰਘ ਤੇ ਉਸਦੇ ਦੋ ਸਾਥੀ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਪੁਲਿਸ ਹੱਥੋਂ ਮਾਰੇ ਗਏ। ਬਹੁਤ ਸਾਰੇ ਖਤਰਨਾਕ ਗਦਰੀਏ, ਜਿਨ੍ਹਾਂ ਵਿੱਚ ਡਾਕਟਰ ਮਥੁਰਾ ਸਿੰਘ ਤੇ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਨੇ, ਕਾਬਲ ਵੱਲ ਨੱਸ ਗਏ। ਪੁਲਿਸ ਤੇ ਫੌਜ ਬੜੀ ਸਰਗਰਮੀ ਨਾਲ ਭਗੌੜਿਆਂ ਦਾ ਪਿੱਛਾ ਕਰ ਰਹੀ ਹੈ। ਕਰਤਾਰ ਸਿੰਘ ਸਰਾਭਾ ਤੇ ਡਾਕਟਰ ਮਥੁਰਾ ਸਿੰਘ ਦੀ ਗ੍ਰਿਫਤਾਰੀ ਲਈ 2-2 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ। ਗਦਰੀਆਂ ਦੇ ਚਲਾਕ ਲੀਡਰ ਭਾਈ ਪਰਮਾਨੰਦ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੀ ਰਚਿਤ ਕਿਤਾਬ ਹਿਸਟਰੀ ਆਫ ਇੰਡੀਆ ਜ਼ਬਤ ਕਰ ਲਈ ਗਈ ਹੈ। ਗਦਰੀਆਂ ਨੂੰ ਪੂਰੇ ਤੌਰ ਤੇ ਕੁਚਲਣ ਲਈ ਇੰਡੀਆ ਸੇਫਟੀ ਐਕਟ ਲਾਗੂ ਕਰ ਦਿੱਤਾ ਗਿਆ ਹੈ। ਗਦਰੀਆਂ ਦਾ ਇੱਕ ਖਤਰਨਾਕ ਲੀਡਰ ਜਗਤ ਰਾਮ ਕਾਬਲ ਜਾਂਦਾ ਹੋਇਆ ਪੇਸ਼ਾਵਰ ਵਿੱਚ ਫੜ ਲਿਆ ਗਿਆ। ਰਾਸ ਬਿਹਾਰੀ ਬੋਸ ਦੇ ਸਾਥੀ ਗੰਗਾ ਰਾਮ ਦੀ ਲਾਹੌਰ ਵਿੱਚ ਗ੍ਰਿਫਤਾਰੀ, ਜਿਸ ਨੇ ਪੁਲਿਸ ਪਾਸ ਪਾਰਟੀ ਦੇ ਬਹੁਤ ਸਾਰੇ ਰਾਜ਼ ਫਾਸ਼ ਕਰ ਦਿੱਤੇ। ਰਾਸ ਬਿਹਾਰੀ ਬੋਸ, ਜਿਸ ਦੀ ਗ੍ਰਿਫਤਾਰੀ ਲਈ ਪਹਿਲਾਂ ਹੀ 7000 ਦਾ ਇਨਾਮ ਰੱਖਿਆ ਗਿਆ ਸੀ, ਪੰਜਾਬ ਪੁਲਿਸ ਨੇ ਹੋਰ 5000 ਇਨਾਮ ਮੁਕਰਰ ਕੀਤਾ। ਬੜੇ ਚਿਤੰਤਰ ਰੌਂ ਵਿੱਚ ਇਹ ਤਿੰਨੇ ਇੱਕ ਦੂਜੇ ਦੇ ਹੱਥੋਂ ਪਰਚੇ ਖੋਹਦੇ ਪੜ੍ਹੀ ਜਾ ਰਹੇ ਸਨ ਤੇ ਪੜ੍ਹ ਕੇ ਸਿਰ ਧੁੰਨ ਰਹੇ ਸਨ। ਕੁਝ ਹੋਰ ਵੀ ਖਬਰਾਂ ਸਨ। 1000 ਦੇ ਲਗਭਗ ਗਦਰੀਏ ਫੜੇ ਜਾ ਚੁੱਕੇ ਨੇ।
ਕਈ ਮੁਲਜ਼ਮ ਵਾਅਦਾ ਮੁਆਫ ਬਣ ਚੁੱਕੇ ਨੇ। ਬਾਗੀਆਂ ਨੂੰ ਗ੍ਰਿਫਤਾਰ ਕਰਾਉਣ ਵਿੱਚ ਪਿੰਡਾਂ ਦੇ ਨੰਬਰਦਾਰ, ਜ਼ੈਲਦਾਰ ਆਦਿ ਪੁਲਿਸ ਦੀ ਸ਼ਲਾਘਾਯੋਗ ਮਦਦ ਕਰ ਰਹੇ ਨੇ। ਗਦਰ ਪਾਰਟੀ ਦੇ ਵਜੂਦ ਨੂੰ ਸਮੁੱਚੇ ਤੌਰ ਤੇ ਨੇਸਤੋ ਨਾਬੂਦ ਕਰ ਦਿੱਤਾ ਗਿਆ ਹੈ। ਇੱਕ ਤੋਂ ਇੱਕ ਖਬਰ ਹੌਸਲਾ ਢਾਹੂ ਸੀ। ਕਿਤੇ ਵੀ ਕੁਝ ਐਸਾ ਛਪਿਆ ਇਹਨਾਂ ਨੂੰ ਦਿਖਾਈ ਨਾ ਦਿੱਤਾ ਜਿਹੜਾ ਜ਼ਰਾ ਮਾਸਾ ਵੀ ਉਭਾਰੂ ਹੋਵੇ। ਤਿੰਨਾਂ ਵਿੱਚੋਂ ਕਿਸੇ ਨੂੰ ਵੀ ਉਮੀਦ ਨਹੀਂ ਸੀ ਕੇਵਲ ਇੱਕੋ ਹਫ਼ਤੇ ਵਿੱਚ ਇਸ ਹੱਦ ਤੀਕ ਪਾਰਟੀ ਉੱਤੇ ਜ਼ਵਾਲ ਆ ਜਾਵੇਗਾ। ਲੈ ਹੋਰ ਪਵਾੜਾ, ਇੱਚਰ ਨੂੰ ਟੁੰਡੀਲਾਟ ਬੋਲ ਉੱਠਿਆ। ਰਹਿੰਦੀ ਖੁੰਦੀ ਵੀ ਪੱਟੀ ਮੇਸ। ਕੀ ਹੈ ਚਾਚਾ? ਸਰਾਬੇ ਨੇ ਉਸ ਨੂੰ ਪੁੱਛਿਆ। ਕੀ ਪੜ੍ਹਿਆ ਈ? ਉਰੇ ਕਰਖਾਂ ਐ ਵੇਖ। ਕਹਿੰਦਿਆਂ ਟੁੰਡੀਲਾਟ ਨੇ ਹਥਲਾ ਪਰਚਾ ਉਸ ਦੇ ਅੱਗੇ ਸੁੱਟ ਦਿੱਤਾ, ਜਿਸ ਦਾ ਸਿਰਲੇਖ ਸੀ 16 ਭਗੌੜਿਆਂ ਦੀ ਗ੍ਰਿਫਤਾਰੀ, ਜਿਸ ਹੇਠਲਾ ਮਜ਼ਮੂਨ ਸੀ ਕਾਬਲ ਦੇ ਬਾਦਸ਼ਾਹ ਅਮੀਰ ਅਮਾਨੁੱਲਾ ਨੇ 16 ਬਾਗੀ ਅੰਗਰੇਜ਼ੀ ਹਕੂਮਤ ਦੇ ਹਵਾਲੇ ਕਰ ਦਿੱਤੇ, ਜਿਹੜੇ ਪੰਜਾਬ ਤੋਂ ਭੱਜ ਕੇ ਕਾਬਲ ਜਾ ਪਹੁੰਚੇ ਸਨ। ਇਹਨਾਂ ਨਾਲੋਂ ਵਧੇਰੇ ਗਿਣਤੀ ਫੌਜੀਆਂ ਦੀ ਸੀ। ਕਾਬਲ ਦੀ ਹਕੂਮਤ ਨੇ ਐਲਾਨ ਕਰ ਦਿੱਤਾ ਹੈ ਕਿ ਅੱਗੇ ਲਈ ਜਿਹੜਾ ਵੀ ਬਾਗੀ ਅਫਗਾਨਿਸਤਾਨ ਦੀ ਹੱਦ ਅੰਦਰ ਦਾਖਲ ਹੋਵੇਗਾ ਉਸ ਨੂੰ ਫੌਰਨ ਫੜ ਕੇ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ ਜਾਏਗਾ। ਅਖਬਾਰਾਂ ਪੜ੍ਹ ਚੁੱਕਣ ਤੋਂ ਬਾਅਦ ਇਹ ਤਿੰਨੇ ਡਾਢੇ ਹੀ ਮਾਯੂਸ ਦਿਖਾਈ ਦੇ ਰਹੇ ਸਨ। ਕਿੰਨਾ ਹੀ ਚਿਰ ਉਹ ਖਾਮੋਸ਼ ਨਜ਼ਰਾਂ ਨਾਲ ਇੱਕ ਦੂਜੇ ਵੱਲ ਤੱਕਦੇ ਰਹੇ, ਜਿਵੇਂ ਪੁੱਛ ਰਹੇ ਹੋਣ ਹੁਣ ਕੀ ਕੀਤਾ ਜਾਵੇ।